4-5 दिन पहले मंत्रिमंडल की मीटिंग होती है, जो सरकार की प्राप्तियां होती हैं, उपलब्धियां होती हैं, वो लिखकर गवर्नर को दी जाती हैं कि मेरी सरकार ने ये किया, मेरी सरकार ने ये किया। तो उसने कहा हाउस में आके, कहता मैं इसमें मेरी सरकार नहीं कहूंगा। मैंने कहा फिर किसकी सरकार है? कहता माई गवर्नमेंट नहीं कहूंगा। मैंने कहा जी मुझे सुप्रीम कोर्ट जाना पड़ेगा फिर दोबारा। यू हैव टू से दैट, ये मंत्रिमंडल द्वारा पास किया हुआ भाषण है, यू हैव टू रीड इट वर्ड बाय वर्ड। बोला भाई साहब, फिर बोलना पड़ा। ਤਾਂ ਇਹ ਮੁੱਖ ਮੰਤਰੀ ਭਗਵੰਤ ਮਾਨ ਦਾ ਬਿਆਨ ਹੈ। ਉਹਨਾਂ ਨੇ ਕੇਂਦਰ ਤੇ ਨਿਸ਼ਾਨੇ ਸਾਧਦੇ ਹੋਏ ਗਵਰਨਰ ਤੇ ਇਲਜ਼ਾਮ ਲਗਾਏ ਕਿ ਗਵਰਨਰ ਮੇਰੀ ਸਰਕਾਰ ਕਹਿਣ ਲਈ ਤਿਆਰ ਨਹੀਂ ਸੀ। ਵਿਧਾਨ ਸਭਾ ਦੇ ਵਿੱਚ ਮੇਰੀ ਸਰਕਾਰ ਕਹਿਣ ਦੇ ਲਈ ਗਵਰਨਰ ਨੇ ਇਨਕਾਰ ਕਰ ਦਿੱਤਾ ਸੀ। ਕਿਹਾ ਕਿ ਪਹਿਲਾਂ ਤਾਂ ਬਜਟ ਸੈਸ਼ਨ ਬੁਲਾਉਣ ਦੀ ਇਜਾਜ਼ਤ ਨਹੀਂ ਦੇ ਰਹੇ ਸੀ, ਸੁਪਰੀਮ ਕੋਰਟ ਦਾ ਰੁਖ ਕੀਤਾ ਤਾਂ ਬਜਟ ਸੈਸ਼ਨ ਹੋਇਆ ਤੇ ਉਸ ਸੈਸ਼ਨ ਦੌਰਾਨ ਆਪਣੇ ਭਾਸ਼ਣ 'ਚ ਮੇਰੀ ਸਰਕਾਰ ਕਹਿਣ ਤੋਂ ਇਨਕਾਰ ਕਰ ਦਿੱਤਾ ਸੀ। ਤੇ ਜਦੋਂ ਮੈਂ ਕਿਹਾ ਕਿ ਰਾਜਪਾਲ ਜੀ ਮੈਂ ਸੁਪਰੀਮ ਕੋਰਟ ਜਾਵਾਂਗਾ, ਸੁਪਰੀਮ ਕੋਰਟ ਮੈਨੂੰ ਜਾਣਾ ਪਏਗਾ, ਤਾਂ ਸੁਪਰੀਮ ਕੋਰਟ ਦੀ ਗੱਲ ਕਹਿਣ ਦੇ ਬਾਅਦ ਗਵਰਨਰ ਮੇਰੀ ਸਰਕਾਰ ਕਹਿਣ ਦੇ ਲਈ ਰਾਜ਼ੀ ਹੋਏ ਤੇ ਉਸ ਤੋਂ ਬਾਅਦ ਮੇਰੀ ਸਰਕਾਰ ਕਿਹਾ। ਤਾਂ ਇਹ ਮੁੱਖ ਦਾ ਬਿਆਨ ਹੈ। ਸੁਭਾਸ਼ ਸ਼ਰਮਾ ਪੰਜਾਬ ਬੀਜੇਪੀ ਦੇ ਜਨਰਲ ਸਕੱਤਰ ਸਾਡੇ ਨਾਲ ਫੋਨ ਲਾਈਨ ਤੇ ਜੁੜੇ ਨੇ। ਸੁਭਾਸ਼ ਜੀ ਸਵਾਗਤ ਹੈ। ਇੱਕ ਵਾਰ ਫਿਰ ਤੋਂ ਅਸੀਂ ਪਹਿਲਾਂ ਬਿਆਨ ਸੁਣ ਲੈਂਦੇ ਹਾਂ, ਮੁੱਖ ਮੰਤਰੀ ਭਗਵੰਤ ਮਾਨ ਨੇ ਕੀ ਕਿਹਾ ਹੈ। ये फुल स्टेट है पंजाब। हमारा राज्यपाल हमें बजट सेशन बुलाने की इजाजत नहीं दे रहा था, हमें सुप्रीम कोर्ट आना पड़ा। जी बजट सेशन बुलाने दो। सुप्रीम कोर्ट ने कहा बजट सेशन होगा, इजाजत दो। बजट सेशन के पहले 4-5 दिन पहले मंत्रिमंडल की मीटिंग होती है, जो सरकार की प्राप्तियां होती हैं, उपलब्धियां होती हैं, वो लिखकर गवर्नर को दी जाती हैं कि मेरी सरकार ने ये किया, मेरी सरकार ने ये किया। तो उसने कहा हाउस में आके, कहता मैं इसमें मेरी सरकार नहीं कहूंगा। मैंने कहा फिर किसकी सरकार है? कहता माई गवर्नमेंट नहीं कहूंगा। मैंने कहा जी मुझे सुप्रीम कोर्ट जाना पड़ेगा फिर दोबारा। यू हैव टू से दैट, ये मंत्रिमंडल द्वारा पास किया हुआ भाषण है, यू हैव टू रीड इट वर्ड बाय वर्ड। बोला भाई साहब, फिर बोलना पड़ा। ਤਾਂ ਇਹ ਮੁੱਖ ਮੰਤਰੀ ਭਗਵੰਤ ਮਾਨ ਦਾ ਬਿਆਨ ਹੈ। ਸੁਭਾਸ਼ ਸ਼ਰਮਾ ਬੀਜੇਪੀ ਦੇ ਜਨਰਲ ਸਕੱਤਰ ਜੁੜੇ ਹੋਏ ਨੇ। ਸੁਭਾਸ਼ ਜੀ ਇਸ ਬਿਆਨ ਨੂੰ ਕਿਵੇਂ ਦੇਖਦੇ ਹੋ? ਗਵਰਨਰ ਨੇ ਮੇਰੀ ਸਰਕਾਰ ਕਹਿਣ ਤੋਂ ਇਨਕਾਰ ਕਰ ਦਿੱਤਾ। ਮੈਂ ਕਿਹਾ ਕਿ ਸੁਪਰੀਮ ਕੋਰਟ ਫਿਰ ਸਾਨੂੰ ਜਾਣਾ ਪਏਗਾ ਤੇ ਉਸ ਤੋਂ ਬਾਅਦ ਗਵਰਨਰ ਨੇ ਮੇਰੀ ਸਰਕਾਰ ਕਿਹਾ, ਉਹਨਾਂ ਨੂੰ ਬੋਲਣਾ ਪਿਆ। ਕੇਂਦਰ ਤੇ ਨਿਸ਼ਾਨੇ ਸਾਧਦੇ ਹੋਏ ਗਵਰਨਰ ਤੇ ਵੀ ਹਮਲਾ ਬੋਲਿਆ ਮੁੱਖ ਮੰਤਰੀ ਨੇ। ਦੇਖੋ ਪਹਿਲਾਂ ਤਾਂ ਮੁੱਖ ਮੰਤਰੀ ਸਾਹਿਬ ਜਿਹੜੇ ਭਾਸ਼ਣ ਕਰ ਰਹੇ ਨੇ ਪੰਜਾਬ ਤੋਂ ਬਾਹਰ, ਮੈਂ ਤਾਂ ਸਿਰਫ ਤੁਹਾਡਾ ਸੁਣਿਆ ਹਿੰਦੀ ਚ ਬੋਲ ਰਹੇ ਨੇ, ਦਾ ਮਤਲਬ ਕਿ ਪੰਜਾਬ ਤੋਂ ਬਾਹਰ ਭਾਸ਼ਣ ਜੀ। ਔਰ ਪੰਜਾਬ ਤੋਂ ਬਾਹਰ ਜਾ ਕੇ ਗਵਰਨਰ ਸਾਹਿਬ ਦਾ ਨਾਂ ਲੈ ਕੇ ਉਹਨਾਂ ਨੇ ਕੋਈ ਐਸੀ ਗੱਲ ਕਹੀ ਹੈ ਜਿਹੜੀ ਜਾਂ ਤਾਂ ਗਵਰਨਰ ਸਾਹਿਬ ਨੂੰ ਪਤਾ ਹੈ ਜਾਂ ਮੁੱਖ ਮੰਤਰੀ ਸਾਹਿਬ ਨੂੰ ਪਤਾ ਹੋਇਆ। ਉਹਦਾ ਜਵਾਬ ਤਾਂ ਗਵਰਨਰ ਸਾਹਿਬ ਹੀ ਦੇਣਗੇ ਕਿ ਇਹ ਗੱਲ ਹੋਈ ਕਿ ਨਹੀਂ ਹੋਈ, ਕਿਉਂਕਿ ਮੈਨੂੰ ਭਗਵੰਤ ਮਾਨ ਤੇ ਕੋਈ ਵਿਸ਼ਵਾਸ ਹੈ ਨਹੀਂ। ਐਕਚੁਅਲ ਲਾਇਰ ਨੇ, ਝੂਠ ਬੋਲਣਾ ਦੀ ਜੋ ਵਿਧਾਨ ਸਭਾ ਦੇ ਵਿੱਚ ਗਵਰਨਰ ਦਾ ਭਾਸ਼ਣ ਸੀ, ਅਸੀਂ ਵੀ ਸੁਣਿਆ, ਤੁਸੀਂ ਵੀ ਸੁਣਿਆ, ਉਸ ਦੇ ਵਿੱਚ ਮੇਰੀ ਸਰਕਾਰ ਨੂੰ ਲੈ ਕੇ ਕਾਫੀ ਤਕਰਾਰ ਹੋਈ ਸੀ। ਉਸੇ ਦਾ ਮੁੱਖ ਮੰਤਰੀ ਜ਼ਿਕਰ ਕਰ ਰਹੇ ਨੇ ਤੇ ਉਸ ਦੇ ਬਹਾਨੇ ਕੇਂਦਰ ਤੇ ਸਿੱਧੇ ਨਿਸ਼ਾਨੇ ਨੇ ਕਿ ਜਿੱਥੇ ਵੀ ਫੁੱਲ ਸਟੇਟ ਹੈ, ਜਿੱਥੇ ਵਿਰੋਧੀ ਧਿਰਾਂ ਨੇ, ਉੱਥੇ ਇਸ ਤਰੀਕੇ ਦੇ ਨਾਲ ਸਰਕਾਰ ਨੂੰ ਤੰਗ ਕੀਤਾ ਜਾਂਦਾ ਹੈ। ਮੈਨੂੰ ਇਹ ਦੱਸੋ ਕਿ ਇੱਕ ਤਰਫ ਤਾਂ ਭਗਵੰਤ ਮਾਨ ਸਾਹਿਬ ਇਹ ਕਹਿੰਦੇ ਨੇ ਕਿ ਵੀ ਗਵਰਨਰ ਕੌਣ ਹੁੰਦਾ, ਮੈਂ ਗਵਰਨਰ ਦੀ ਚਿੱਠੀ ਦਾ ਜਵਾਬ ਕਿਉਂ ਦਿਆਂ, यूनिवर्सिटी के वाइस चांसलर की नियुक्ति है तो गवर्नर कौन होंगे कहते हैं ना जी। और दूसरी तरफ कहते हैं गवर्नर साहब की सरकार है, भाषण लिख के भेज दिया गवर्नर साहब को कि मेरी भाई जे गवर्नर साहब की सरकार है, गवर्नर साहब ये पढ़न कि मेरी सरकार है, तो तुहाडियां तो दोनों गल्लां आपस च नहीं मिलदियां। कभी तुसीं कहंदे गवर्नर हुंदा कौन है, कभी कहंदे भी गवर्नर साहब ये कहण भी मेरी सरकार है। दोनों तो कोई एक गल तो ठीक है ना जी। ਅਸੀਂ ਤਾਂ ਪਹਿਲੇ ਦਿਨ ਤੋਂ ਇਹ ਕਹਿੰਦੇ ਆ ਕਿ ਕਨਸਟੀਟਿਊਸ਼ਨ 'ਚ ਲਿਖਿਆ ਹੈ ਕਿ ਸਰਕਾਰ ਗਵਰਨਰ ਦੀ ਸਰਕਾਰ ਹੈ ਜੀ। ਅਸੀਂ ਤੇ ਕਹਿੰਦੇ ਆ ਕਿ ਕੁਐਸਚਨ 'ਚ ਸੰਵਿਧਾਨ 'ਚ ਲਿਖਿਆ ਹੈ ਕਿ ਗਵਰਨਰ ਪੰਜਾਬ ਦੇ ਸੰਵਿਧਾਨਕ ਮੁਖੀ ਨੇ। ਇਟ ਇਜ਼ ਦਾ ਚੀਫ ਮਿਨਿਸਟਰ ਔਰ ਇਹਨਾਂ ਦੇ ਮੰਤਰੀ ਆ ਜਿਹੜੇ ਇਸ ਗੱਲ ਨੂੰ ਨਹੀਂ ਮੰਨਦੇ ਆ ਕਿ ਗਵਰਨਰ ਦੀ ਸਰਕਾਰ ਹੈ।
ਇਸ ਕਰਕੇ ਗਵਰਨਰ ਦੀਆਂ ਚਿੱਠੀਆਂ ਦਾ ਜਵਾਬ ਨਹੀਂ ਦਿੰਦੇ। ਤੁਸੀਂ ਦੱਸੋ, ਗਵਰਨਰ ਸਾਹਿਬ ਦੀ ਸਰਕਾਰ ਹੈ ਨਾ, ਮੇਰੀ ਸਰਕਾਰ ਇਹੀ ਇਹਨਾਂ ਨੇ ਲਿਖ ਕੇ ਦਿੱਤਾ ਨਾ, ਅਸੀਂ ਤਾਂ ਨਹੀਂ ਲਿਖ ਕੇ ਦਿੱਤਾ ਭਾਸ਼ਣ ਜੀ। ਤੇ ਜੇ ਗਵਰਨਰ ਸਾਹਿਬ ਦੀ ਸਰਕਾਰ ਹੈ ਔਰ ਗਵਰਨਰ ਸਾਹਿਬ ਜਾ ਕੇ ਬਾਰਡਰ ਤੇ ਦੌਰਾ ਕਰਕੇ ਉਹਦੇ ਲੋਕਾਂ ਨੂੰ ਮਿਲਦੇ ਨੇ, ਆਪਣੀ ਸਟੇਟ ਦੇ ਲੋਕਾਂ ਨੂੰ, ਤੇ ਇਹਨਾਂ ਨੂੰ ਤਕਲੀਫ ਕਿਉਂ ਹੁੰਦੀ ਹੈ? ਫਿਰ ਇਹਨਾਂ ਦੇ ਮੰਤਰੀ ਤੇ ਐਮਐਲਏ ਚੀਕਾਂ ਕਿਉਂ ਮਾਰਦੇ ਆ, ਬਿਆਨ ਕਿਉਂ ਦਿੰਦੇ ਆ? ਜੋ ਇਹਨਾਂ ਨੂੰ ਚਿੱਠੀ ਲਿਖ ਕੇ ਪੁੱਛਦੇ ਨੇ ਕਿ ਡੀਸੀ ਦੀ ਨਿਯੁਕਤੀ ਤੁਸੀਂ ਨਿਯਮ ਅਨੁਸਾਰ ਨਹੀਂ ਕਰ ਰਹੇ, ਤੇ ਫਿਰ ਤਕਲੀਫ ਕਿਉਂ ਹੁੰਦੀ ਹੈ? ਫਿਰ ਇਹ ਕਿਉਂ ਕਹਿੰਦੇ ਗਵਰਨਰ ਕੌਣ ਹੁੰਦਾ ਹੈ? ਇੱਕ ਤਰਫ ਕਹਿੰਦੇ ਆ ਗਵਰਨਰ ਕੌਣ ਹੁੰਦਾ ਹੈ, ਇੱਕ ਤਰਫ ਕਹਿੰਦੇ ਆ ਗਵਰਨਰ ਸਾਹਿਬ ਨੂੰ ਕਹਿਣਾ ਕਿ ਮੇਰੀ ਸਰਕਾਰ ਪੜੋ। ਇਹ ਕਿੱਡੀ ਹਾਸੋ ਹੀ ਨਹੀਂ ਗੱਲ ਹੈ। ਪਰ ਇਹ ਹੱਚੋ ਲਾਇਰ ਹੈ ਭਗਵੰਤ ਮਾਨ, ਇਹਦਾ ਕੰਮ ਹੀ ਇਹ ਹੈ ਕਿ ਝੂਠ ਬੋਲਣਾ, ਇਹਦਾ ਕੰਮ ਹੀ ਇਹ ਹੈ ਕਿ ਸਾਰਾ ਦਿਨ ਪੰਜਾਬ ਦਾ ਭੰਡੀ ਪ੍ਰਚਾਰ ਕਰਨਾ ਬਾਹਰ ਜਾ ਕੇ, ਇਹਦਾ ਕੰਮ ਹੀ ਇਹ ਹੈ ਕਿ ਹਿੰਦੁਸਤਾਨ ਦੇ ਲੋਕਾਂ ਨੂੰ ਅਰਵਿੰਦ ਕੇਜਰੀਵਾਲ ਦੀ ਪੋਲਿਟਿਕਸ ਚਮਕਾਉਣ ਲਈ ਪੰਜਾਬ ਦਾ ਹੈਲੀਕਾਪਟਰ ਘੁਮਾਉਂਦੇ ਰਹਿਣਾ ਪੂਰੇ ਹਿੰਦੁਸਤਾਨ 'ਚ। ਇਸ ਕਰਕੇ ਇਹ ਭਗਵੰਤ ਮਾਨ ਸਾਹਿਬ ਜਵਾਬ ਦੇਣ ਕਿ ਉਹ ਇਹ ਮੰਨਦੇ ਨੇ ਕਿ ਗਵਰਨਰ ਦੀ ਸਰਕਾਰ ਹੈ। ਜੇ ਉਹ ਇਹ ਮੰਨਦੇ ਨੇ, ਅਸੀਂ ਤਾਂ ਮੰਨਦੇ ਆ, ਸੰਵਿਧਾਨ ਨੇ ਲਿਖਿਆ ਹੈ ਕਿ ਗਵਰਨਰ ਪੰਜਾਬ ਦੇ ਸੰਵਿਧਾਨਕ ਮੁਖੀ ਨੇ, ਤੇ ਜੇ ਗਵਰਨਰ ਸਾਹਿਬ ਦੀ ਸਰਕਾਰ ਹੈ ਤੇ ਫਿਰ ਉਹਨਾਂ ਦੀ ਚਿੱਠੀਆਂ ਦਾ ਜਵਾਬ ਕਿਉਂ? ਲੇਕਿਨ ਇਲਜ਼ਾਮ ਲਗਾਤਾਰ ਉਹਨਾਂ ਨੂੰ ਜਵਾਬ ਕਿਉਂ ਨਹੀਂ ਦਿੰਦੇ? ਇਲਜ਼ਾਮ ਲਗਾਤਾਰ ਇਹੀ ਲੱਗਦੇ ਰਹੇ ਨੇ ਕਿ ਗਵਰਨਰ ਦੇ ਜ਼ਰੀਏ ਬੀਜੇਪੀ ਦੀ ਜਿਹੜੀ ਕੇਂਦਰ ਦੀ ਸਰਕਾਰ ਹੈ ਉਹ ਸਰਕਾਰ ਦੇ ਵਿੱਚ ਦਖਲ ਅੰਦਾਜ਼ੀ ਕਰਦੀ ਹੈ, ਸਰਕਾਰ ਦੇ ਕੰਮਾਂ 'ਚ ਦਖਲ ਅੰਦਾਜ਼ੀ ਕਰਦੀ ਹੈ। ਵਿਧਾਨ ਸਭਾ ਦਾ ਸੈਸ਼ਨ ਬੁਲਾਉਣ ਨਹੀਂ ਦਿੱਤਾ ਜਾਂਦਾ। ਨਹੀਂ ਦੱਸੋ, ਜੇ ਸਰਕਾਰ ਗਵਰਨਰ ਦੀ ਹੈ ਤੇ ਫਿਰ ਦਖਲਅੰਦਾਜ਼ੀ ਕਿਸ ਗੱਲ ਦੀ ਹੋਗੀ? ਔਰ ਗਵਰਨਰ ਸਾਹਿਬ ਨੇ ਕਿਹੜੀ ਐਸੀ ਦਖਲਅੰਦਾਜ਼ੀ ਕੀਤੀ ਜਿਹੜੀ ਨਿਯਮ ਔਰ ਕਾਨੂੰਨ ਦੇ ਖਿਲਾਫ ਹੈ? ਮੈਨੂੰ ਇੱਕ ਗੱਲ ਦਾ, ਵਾਈਸ ਚਾਂਸਲਰ ਦੀ ਨਿਯੁਕਤੀ ਕਿਆ ਗਵਰਨਰ ਦਾ ਅਧਿਕਾਰ ਨਹੀਂ ਹੈ? ਸੰਵਿਧਾਨ 'ਚ ਲਿਖਿਆ ਹੈ ਕਿ ਗਵਰਨਰ ਕਰੇਗਾ ਚਾਂਸਲਰ ਦੇ ਨਾਤੇ ਵਾਈਸ ਚਾਂਸਲਰ ਦੀ ਨਿਯੁਕਤੀ। ਹੁਣ ਪੈਨਲ ਭੇਜਣੇ ਸ਼ੁਰੂ ਕੀਤੇ ਨਾ ਇਹਨਾਂ ਨੇ, ਪਹਿਲਾਂ ਪੈਨਲ ਕਿਉਂ ਨਹੀਂ ਭੇਜਿਆ? ਪਹਿਲਾਂ ਇੱਕ ਨਾਮ ਕਿਉਂ ਭੇਜਦੇ ਰਹੇ ਬਿਨਾਂ ਗਵਰਨਰ ਨੂੰ ਪੁੱਛੇ? ਨਿਯੁਕਤੀ ਕਿਵੇਂ ਕਰਤੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੀ? ਜੀ। ਸੋ ਇਸ ਕਰਕੇ ਇਹ ਪ੍ਰੋਬਲਮ ਇਹਨਾਂ ਦੀ ਮਨਸ਼ਾ 'ਚ ਹੈ। ਗਵਰਨਰ ਸਾਹਿਬ ਤਾਂ ਜੋ ਉਹਨਾਂ ਦਾ ਸੰਵਿਧਾਨਕ ਅਧਿਕਾਰ ਹੈ, ਜੋ ਉਹਨਾਂ ਦੀ ਜ਼ਿੰਮੇਵਾਰੀ ਹੈ, ਜੋ ਉਹਨਾਂ ਦਾ ਦਾਇਿਤਵ ਹੈ, ਉਹਦਾ ਹੀ ਨਿਰਵਹਿਨ ਕਰ ਰਹੇ ਨੇ। ਜੀ ਜੀ, ਇਹੀ ਹੈ ਇਹਨਾਂ ਦੇ ਐਮਐਲਏ, ਇਹਨਾਂ ਦੇ ਮਿਨਿਸਟਰ ਕਿਸ ਤਰ੍ਹਾਂ ਦੀ ਭਾਸ਼ਾ ਬੋਲਦੇ ਨੇ ਗਵਰਨਰ ਸਾਹਿਬ ਬਾਰੇ। ਹਲੇ 3 ਦਿਨ ਪਹਿਲਾਂ ਤਾਂ ਇਹ ਬੋਲ ਕੇ ਹਟੇ ਨੇ। ਮੈਨੂੰ ਦੱਸੋ, ਜਿਸ ਗਵਰਨਰ ਨੂੰ ਕਹਿੰਦੇ ਆ ਕਿ ਮੇਰੀ ਸਰਕਾਰ ਪੜ, ਉਹ ਗਵਰਨਰ ਜਦੋਂ ਬਾਰਡਰ ਤੇ ਜਾ ਕੇ ਦੌਰਾ ਕਰਦਾ ਹੈ ਉਹਨੂੰ ਕਹਿੰਦੇ ਤੂੰ ਜਾਂਦਾ ਕਿਉਂ ਬਾਰਡਰ ਤੇ? ਕਮਾਲ ਦੀ ਗੱਲ ਹੈ। ਇਹ ਸੰਵਿਧਾਨਿਕ ਮੁਖੀ ਸੂਬੇ ਦਾ ਜਿਹਦੀ ਸਰਕਾਰ ਹੈ, ਜਿਹਦੇ ਨਾਂ ਤੇ ਸਰਕਾਰ ਚਲਾਉਂਦੇ ਹੋ, ਉਹ ਜਾ ਕੇ ਲੋਕਾਂ ਨੂੰ ਨਹੀਂ ਮਿਲ ਸਕਦਾ। ਜੀ, ਤੇ ਫਿਰ ਸੰਵਿਧਾਨ ਦਾ ਮਜ਼ਾਕ ਕੌਣ ਉਡਾ ਰਹੇ ਨੇ? ਸੰਵਿਧਾਨ ਦੀਆਂ ਧੱਜੀਆਂ ਕੌਣ ਉਡਾ ਰਹੇ ਨੇ? ਜੀ ਸੁਭਾਸ਼ ਜੀ, ਜੁੜੇ ਰਹਿਣਾ ਸਾਡੇ ਨਾਲ ਆਮ ਆਦਮੀ ਪਾਰਟੀ ਦੇ ਆਗੂ ਵੀ ਜੁੜ ਚੁੱਕੇ ਨੇ। ਮੇਰੀ ਗੱਲ ਪੂਰੀ ਹੋਣ ਦਿਓ, ਮੈਂ ਜਾਣਾ, ਮੈਂ ਇੱਕ ਗੱਲ ਜਿਹੜੀ ਹੋਰ ਕਹਿਣੀ ਹੈ ਜੀ। ਇਹਨਾਂ ਨੇ ਬਹੁਤ ਵੱਡਾ ਜਨਤਾ ਦੇ ਬੋਝ ਪਾਤਾ। ਇੱਕ ਤਰਫ ਇਹ ਜਾ ਕੇ ਦੁਨੀਆ ਹਿੰਦੁਸਤਾਨ 'ਚ ਭਾਸ਼ਣ ਕਰਦੇ ਪਏ ਨੇ। ਅੱਜ ਪੰਜਾਬ ਦੇ ਪੈਟਰੋਲ ਦੇ ਰੇਟ ਔਰ ਡੀਜ਼ਲ ਦੇ ਰੇਟ ਹਰਿਆਣੇ ਨਾਲ ਕੰਪੈਰੀਜ਼ਨ ਕਰ ਲਓ, ਚੰਡੀਗੜ੍ਹ ਨਾਲ ਕੰਪੈਰੀਜ਼ਨ ਕਰ ਲਓ, ਪੰਜਾਬ ਕਿੱਥੇ ਖੜਾ? ਲੋਕਾਂ ਦਾ ਦਮ ਘੁੱਟ ਰਿਹਾ। ਇਹ ਇੱਕ ਜੇਬ 'ਚੋਂ ਪੈਸਾ ਕੱਢੀ ਜਾਂਦੇ ਨੇ। ਫ੍ਰੀ ਬਿਜਲੀ ਦੇਣ ਦੇ ਨਾਂ ਤੇ ਕਿੰਨਾ ਲੁੱਟਣਾ ਪੰਜਾਬ ਦੇ ਲੋਕਾਂ ਨੂੰ। ਇਹ ਜਿਹੜਾ ਡੀਜ਼ਲ ਵੈਟ ਦਾ ਬੋਝ ਹੈ ਕਿੱਥੇ ਪਾ ਰਹੇ ਹੋ? ਕਿੱਥੋਂ? ਫ੍ਰੀ ਬਿਜਲੀ ਦੇਣ ਦੇ ਨਾਮ ਤੇ ਤੁਸੀਂ ਦੁਨੀਆ ਭਰ ਦੀ ਲੁੱਟ ਪਾ ਲਈ। ਤੁਸੀਂ ਰਜਿਸਟਰੀਆਂ ਦੇ ਰੇਟ ਵਧਾਈ ਜਾਂਦੇ ਹੋ, ਤੁਸੀਂ ਕਲੈਕਟਰ ਰੇਟ ਵਧਾਈ ਜਾਂਦੇ ਹੋ, ਤੁਸੀਂ ਪੈਟਰੋਲ ਡੀਜ਼ਲ ਤੇ ਵੈਟ ਹੋਰ ਵਧਾਈ ਜਾਂਦੇ ਹੋ, ਤੁਸੀਂ ਕਮਰਸ਼ੀਅਲ ਬਿਜਲੀ ਦੇ ਰੇਟ ਵਧਾਤੇ, ਤੁਸੀਂ ਇੰਡਸਟਰੀ ਦੇ ਬਿਜਲੀ ਦੇ ਰੇਟ ਵਧਾਤੇ। ਤੁਸੀਂ ਰਾਹਤ ਦੇਣ ਦੇ ਨਾਂ ਤੇ, ਇੱਕ ਰਾਹਤ ਦੇਣ ਦੇ ਨਾਂ ਤੇ ਲੋਕਾਂ ਦਾ ਦਮ ਘੋਟਦਾ ਤੁਸੀਂ ਪੰਜਾਬ 'ਚ। ਇਹ ਲੋਟੂ ਸਰਕਾਰ ਹੈ, ਪੰਜਾਬ ਦੇ ਹਿੱਤਾਂ ਦਾ ਘਾਣ ਕਰਨ ਵਾਲੀ ਸਰਕਾਰ ਹੈ। ਔਰ ਮੈਂ ਸਖਤ ਨਿਖੇਧੀ ਕਰਦਾ ਜਿਹੜਾ ਇਹਨਾਂ ਨੇ ਵੈਟ ਵਧਾਇਆ ਹੈ। ਹਰਿਆਣੇ ਔਰ ਚੰਡੀਗੜ੍ਹ ਨਾਲ ਮੁਕਾਬਲਾ ਕਰਕੇ ਦੇਖ ਲਓ ਅੱਜ ਪੰਜਾਬ ਦਾ ਪੈਟਰੋਲ ਕਿੱਥੇ ਖੜਾ। ਉਹਨਾਂ ਨੂੰ ਗਲਤ ਸਮਝਿਆ ਰੈਵਨਿਊ ਵਧੇਗਾ, ਰੈਵਨਿਊ ਘਟ ਜਾਏਗਾ ਇਹਦੇ ਨਾਲ। ਪੰਜਾਬ ਦੇ ਬਾਰਡਰ ਜ਼ਿਲ੍ਹੇ 12 ਜ਼ਿਲ੍ਹੇ ਨੇ ਜਿਹੜੇ ਹਰਿਆਣੇ ਨਾਲ ਲੱਗਦੇ ਨੇ, ਲੋਕੀ ਹਰਿਆਣੇ ਤੋਂ ਤੇਲ ਪਵਾਉਣਗੇ, ਚੰਡੀਗੜ੍ਹ ਤੋਂ ਤੇਲ ਪਵਾਉਣਗੇ। ਪੰਜਾਬ ਦੇ ਪੈਟਰੋਲ ਪੰਪਾਂ ਦਾ ਨੁਕਸਾਨ, ਪੰਜਾਬ ਦੇ ਰੈਵਨਿਊ ਦਾ ਨੁਕਸਾਨ, ਪੰਜਾਬ ਦੇ ਲੋਕਾਂ ਤੇ ਵਿੱਤੀ ਬੋਝ ਪਾਉਣ ਵਾਲੀ ਨਲਾਇਕ ਨਿਕੰਮੀ ਸਰਕਾਰ ਹੈ। ਇਹ ਬੇਸਿਕਲੀ ਤੁਗਲਕੀ ਫਰਮਾਨ ਜਾਰੀ ਕਰ ਦਿੰਦੇ ਆ। ਜੀ ਚਲੋ, ਜੀ ਸੁਭਾਸ਼ ਜੀ ਜੁੜੇ ਰਹਿਣਾ। ਪ੍ਰੋਫੈਸਰ ਜਗਤਾਰ ਸੰਘੇੜਾ ਵੀ ਜੁੜੇ ਹੋਏ ਨੇ, ਉਹਨਾਂ ਦਾ ਵੀ ਰੁਖ ਕਰ ਲੈਣੇ ਆ। ਜਗਤਾਰ ਜੀ, ਬਿਆਨ ਜਿਹੜਾ ਆਇਆ ਮੁੱਖ ਮੰਤਰੀ ਦਾ, ਕੋਸ਼ਿਸ਼ ਕਰਦੇ ਆ ਦੁਬਾਰਾ ਜੋੜਨ ਦੀ। ਸੁਭਾਸ਼ ਸ਼ਰਮਾ ਦੇ ਨਾਲ ਸੰਪਰਕ ਟੁੱਟ ਗਿਆ ਹੈ। ਪ੍ਰੋਫੈਸਰ ਜਗਤਾਰ ਸੰਘੇੜਾ ਜੁੜੇ ਹੋਏ ਨੇ। ਜਗਤਾਰ ਜੀ, ਮੁੱਖ ਮੰਤਰੀ ਦਾ ਬਿਆਨ ਆਇਆ ਹੈ ਗਵਰਨਰ ਨੂੰ ਲੈ ਕੇ। ਤੁਸੀਂ ਵੀ ਸੁਣਿਆ ਹੋਵੇਗਾ, ਆਮ ਆਦਮੀ ਪਾਰਟੀ ਦੀ ਜੋ ਰੈਲੀ ਹੋ ਰਹੀ ਹੈ ਉਸ ਦੌਰਾਨ ਗਵਰਨਰ ਤੇ ਸਿੱਧਾ ਨਿਸ਼ਾਨਾ ਮੁੱਖ ਮੰਤਰੀ ਨੇ ਸਾਧਿਆ ਕਿ ਮੇਰੀ ਸਰਕਾਰ ਕਹਿਣ ਦੇ ਲਈ ਗਵਰਨਰ ਰਾਜ਼ੀ ਨਹੀਂ ਸੀ। ਅਸੀਂ ਜਦੋਂ ਕਿਹਾ ਕਿ ਸੁਪਰੀਮ ਕੋਰਟ ਜਾਵਾਂਗੇ ਤਾਂ ਫਿਰ ਗਵਰਨਰ ਰਾਜ਼ੀ ਹੋਏ। ਬੀਜੇਪੀ ਆਗੂ ਸੁਭਾਸ਼ ਸ਼ਰਮਾ ਜੁੜੇ ਸੀ, ਉਹਨਾਂ ਦਾ ਕਹਿਣਾ ਸੀ ਕਿ ਇੱਕ ਪਾਸੇ ਕਹਿ ਰਹੇ ਨੇ ਕਿ ਮੇਰੀ ਸਰਕਾਰ ਕਹਿਣ, ਦੂਸਰੇ ਪਾਸੇ ਜਦੋਂ ਗਵਰਨਰ ਮੇਰੀ ਸਰਕਾਰ ਮੰਨ ਕੇ ਕਿਤੇ ਦੌਰਾ ਕਰਦੇ ਨੇ ਜਾਂ ਕੋਈ ਫੈਸਲਿਆਂ ਦੀ ਜਾਣਕਾਰੀ ਮੰਗਦੇ ਨੇ, ਉਦੋਂ ਗਵਰਨਰ ਤੇ ਸਵਾਲ ਚੁੱਕੇ ਜਾਂਦੇ ਨੇ। ਸੁਭਾਸ਼ ਸ਼ਰਮਾ ਜੀ ਆਪਣੀ ਸੂਝ-ਬੂਝ ਜਿੰਨੀ ਕੁ ਹੈਗੀ ਉਹਦੇ ਹਿਸਾਬ ਨਾਲ ਜੋ ਕੁਝ ਕਹਿ ਕੇ ਗਏ ਆ ਉਹ ਉਹਨਾਂ ਨੂੰ ਪਤਾ ਹੋਊਗਾ। ਪਰ ਮੈਂ ਅਸਲੀ ਤੇ ਇੱਕ ਗੱਲ ਸਪਸ਼ਟ ਕਹਿਣੀ ਚਾਹੁੰਦਾ ਹਾਂ ਕਿ ਜੋ ਮੁੱਖ ਮੰਤਰੀ ਸਾਹਿਬ ਨੇ, ਭਗਵੰਤ ਮਾਨ ਸਾਹਿਬ ਨੇ ਅੱਜ ਗੱਲ ਕਹੀ ਉਹ ਸਵੈ ਸਪਸ਼ਟ ਹੈ। ਉਸ ਵੇਲੇ ਤੁਹਾਨੂੰ ਪਤਾ ਹੀ ਹੈ ਕਿ ਸੁਪਰੀਮ ਕੋਰਟ ਤੱਕ ਜਾਣਾ ਪਿਆ ਸੀ। ਈਵਨ ਗਵਰਨਰ ਜਿਹੜੇ ਆ, ਗਵਰਨਰ ਸਾਹਿਬ ਦੀ ਡਿਊਟੀ ਬਣਦੀ ਹੈ
ਜੋ ਅਜਲਾਸ ਵੀ ਬੁਲਾਉਣ ਲਈ ਰਾਜੀ ਨਹੀਂ ਸੀ, ਰੱਦ ਕਰਤਾ ਸੀਗਾ। ਪਹਿਲਾਂ ਪਰਮਿਸ਼ਨ ਦੇ ਕੇ ਫਿਰ ਉਹਨੂੰ ਅਦਾਲਤ ਦੇ ਹੁਕਮਾਂ ਦੇ ਰਾਹੀਂ ਉਹਨਾਂ ਨੂੰ ਇਜਾਜ਼ਤ ਜਿਹੜੀ ਹੈ ਦੁਬਾਰਾ ਇਜਲਾਸ ਕੀਤਾ ਗਿਆ ਸੀਗਾ। ਜਿਹੜਾ ਸੁਭਾਸ਼ ਸ਼ਰਮਾ ਜੀ ਕਹਿ ਰਹੇ ਨੇ ਗੱਲਾਂ, ਉਹ ਕਿ ਵਾਈਸ ਚਾਂਸਲਰ ਲਗਾਉਣ ਦਾ ਅਧਿਕਾਰ ਜਾਂ ਪੁਰਾਣਾ ਉਦਾਹਰਨ ਉਹ ਖੇਤੀਬਾੜੀ ਯੂਨੀਵਰਸਿਟੀ ਦੇ ਰਹੇ ਆ। ਜੀ ਜੇ ਗਵਰਨਰ, ਉਹਨਾਂ ਨੂੰ ਪਤਾ ਨਹੀਂ ਹੈ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦਾ ਇੱਕ ਵੱਖਰਾ ਐਕਟ ਹੈ। ਹਰ ਇੱਕ ਯੂਨੀਵਰਸਿਟੀ ਦੇ ਆਪਣੇ ਆਪਣੇ ਐਕਟ ਦੇ ਹਿਸਾਬ ਨਾਲ ਉੱਥੇ ਜੋ ਕਾਨੂੰਨ ਆ ਉਹ ਲਾਗੂ ਹੋਣਾ ਆ। ਫਿਰ ਖੇਤੀਬਾੜੀ ਯੂਨੀਵਰਸਿਟੀ ਇਹਨਾਂ ਨੇ ਰੱਦ ਕਿਉਂ ਨਹੀਂ ਕੀਤੇ ਹੁਕਮ ਜਿਹੜੇ ਮੁੱਖ ਮੰਤਰੀ ਸਾਹਿਬ ਨੇ ਕਰਤੇ? ਇਸ ਵੇਲੇ ਵੀ ਮੁੱਖ ਮੰਤਰੀ ਸਾਹਿਬ ਦੇ ਹੁਕਮ ਹੀ ਲਾਗੂ ਹੈ, ਔਰ ਗਵਰਨਰ ਸਾਹਿਬ ਜਿਹੜੇ ਆ ਆਰਡਰ ਜਾਰੀ ਕਰਦੇ ਆ, ਉਹ ਸਰਕਾਰ ਦੇ ਰਾਹੀਂ ਪ੍ਰੋਸੈਸ ਹੋ ਕੇ ਜੋ ਇੱਥੋਂ ਪੈਨਲ ਜਾਂਦਾ ਹੈ, ਜੋ ਰੂਲਸ ਐਂਡ ਰੈਗੂਲੇਸ਼ਨ ਨੇ, ਜੋ ਐਕਟ ਹੈਗਾ, ਜੋ ਉਹਦੇ ਵਿੱਚ ਸੁਵਿਧਾਵਾਂ ਨੇ, ਉਹਦੇ ਹਿਸਾਬ ਨਾਲ ਹਰ ਇੱਕ ਬੰਦੇ ਨੇ ਉਹਦੀ ਜਿਹੜੀ ਆ ਉਹ ਕਰਨੀ ਹੁੰਦੀ ਹੈ, ਉਹਦੀ ਪਾਲਣਾ ਕਰਨੀ ਹੁੰਦੀ ਹੈ। ਜੋ ਗਵਰਨਰ ਸਾਹਿਬ ਨੇ ਮੇਰੀ ਆਪਣੀ ਸਰਕਾਰ, ਜੋ ਮੁੱਖ ਮੰਤਰੀ ਸਾਹਿਬ ਨੇ ਕਿਹਾ, ਉਹਨਾਂ ਨੂੰ ਕਹਿਣਾ ਪਿਆ ਫਿਰ, ਕਿਉਂਕਿ ਗਵਰਨਰ ਜਿਹੜਾ ਹੈ ਸੰਵਿਧਾਨਕ ਇੱਕ ਮੁਖੀ ਹੈ ਇੱਕ ਸਰਕਾਰ ਦਾ, ਤੇ ਉਹਦੇ ਨਿਰਧਾਰਤ ਨੇ ਕਿਹੜਾ ਕਿਹੜਾ ਕੰਮ ਕਿਹਨੇ ਕਰਨਾ ਹੈ। ਈਵਨ ਇੱਥੋਂ ਤੱਕ ਜਿਹੜੇ ਡਿਪਟੀ ਕਮਿਸ਼ਨਰ ਨੇ ਆਰਡਰ ਕਰਨੇ ਆ ਇੱਕ ਜ਼ਿਲ੍ਹੇ ਦੇ ਨੇ, ਉਹ ਡਿਪਟੀ ਕਮਿਸ਼ਨਰ ਨੇ ਕਰਨੇ ਆ। ਉਹਦੇ ਉੱਪਰ ਉਹਨਾਂ ਦੇ ਹੁਕਮਾਂ ਦੇ ਖਿਲਾਫ ਕੋਈ ਅਪੀਲ ਹੈ ਜਾਂ ਆਰਡਰ ਗਲਤ ਹੋ ਗਿਆ ਜਾਂ ਥੋੜੀ ਜਿਹੀ ਅਮੈਂਡ ਕਰਨੇ ਆ, ਉਹਨਾਂ ਦੇ ਨਿਰਧਾਰਤ ਪ੍ਰੋਸੀਜਰ ਨੇ। ਇਹ ਥੋੜੀ ਹੈ ਕਿ ਗਵਰਨਰ ਜਿਹੜਾ ਹੈ ਉਹਦੀ ਆਪਣੀ ਸਰਕਾਰ ਹੈ ਤਾਂ ਜੋ ਮਰਜ਼ੀ ਕਰੀ ਚੱਲੇ। ਜਿਸ ਤਰ੍ਹਾਂ ਉਦਾਹਰਨ ਦੇ ਰਹੇ ਸੀਗੇ ਕਿ ਉਹ ਸਰਹੱਦਾਂ ਤੇ ਚਲੇ ਗਿਆ ਤਾਂ ਫਿਰ ਕੀ ਹੋ ਗਿਆ, ਇਸ ਤਰ੍ਹਾਂ ਕੋਈ ਥੋੜੀ ਹੁੰਦਾ ਹੈ। ਇੱਕ ਡਿਸਿਪਲਿਨ ਨਾਲ ਸਾਰੀਆਂ ਚੀਜ਼ਾਂ ਚੱਲਦੀਆਂ। ਇਸ ਤਰ੍ਹਾਂ ਤਾਂ ਪੁਲਿਸ ਮੁਖੀ ਜਿਹੜਾ ਆ ਉਹ ਜਾ ਕੇ ਡਿਪਟੀ ਕਮਿਸ਼ਨਰ ਦੇ ਕੰਮ ਕਰਨੇ ਸ਼ੁਰੂ ਕਰ ਦੂਗਾ ਵੀ ਨਹੀਂ ਮੈਂ ਤਾਂ ਪੰਜਾਬ ਦਾ ਡੀਜੀਪੀ ਹਾਂ, ਮੈਂ ਤਾਂ ਕੁਝ ਵੀ ਕਰ ਸਕਦਾ ਹਾਂ। ਇਹ ਬਿਲਕੁਲ ਉਹਨਾਂ ਨੇ ਗੈਰ ਜਿਹੜੀ ਆ ਸੰਵਿਧਾਨਕ ਗੱਲ ਕੀਤੀ ਆ। ਇਸੇ ਕਰਕੇ ਛੱਡ ਕੇ ਚਲੇ ਗਏ ਆ। ਉਹਨਾਂ ਦਾ ਸੰਪਰਕ ਨਹੀਂ ਟੁੱਟਿਆ ਤੁਹਾਡਾ, ਉਹ ਛੱਡ ਕੇ ਚਲੇ ਗਏ। ਉਹਨਾਂ ਕੋਲ ਸਾਡੀਆਂ ਗੱਲਾਂ ਦਾ ਜਵਾਬ ਨਹੀਂ ਹੈ। ਦੱਸਣ ਕਿ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦਾ ਕਿੱਦਾਂ ਗਵਰਨਰ ਕੋਲ ਅਧਿਕਾਰ ਹੈ ਵਾਈਸ ਚਾਂਸਲਰ ਲਗਾਉਣ ਦਾ। ਪਹਿਲਾਂ ਵੀ ਜਿੱਦਾਂ ਲੱਗ ਰਿਹਾ ਉਦਾਂ ਹੀ ਹੋਣ ਲੱਗੇ ਆ। ਇਹ ਸਿਰਫ ਬੀਜੇਪੀ ਰਾਹੀਂ, ਬੀਜੇਪੀ ਇਨ ਪ੍ਰੋਕਸੀ ਪੰਜਾਬ 'ਚ ਰਾਜ ਕਰਨਾ ਚਾਹੁੰਦੀ ਹੈ। ਪੰਜਾਬ 'ਚ ਜੋ ਭਗਵੰਤ ਮਾਨ ਸਾਹਿਬ ਮੁੱਖ ਮੰਤਰੀ ਸਾਹਿਬ ਦਿਨ ਬ ਦਿਨ ਪਾਪੂਲਰ ਹੋ ਰਹੇ ਆ, ਅਰਵਿੰਦ ਕੇਜਰੀਵਾਲ ਸਾਹਿਬ ਦਿਨ ਬ ਦਿਨ ਹੋਰ ਪਾਪੂਲਰ ਹੋ ਰਹੇ। ਲੋਕਾਂ ਨੇ 92 ਐਮਐਲਏ ਦਿੱਤੇ ਆ। ਸਰਕਾਰ ਕੰਮ ਕਰਕੇ ਦਿਖਾ ਰਹੀ ਆ, ਰੁਜ਼ਗਾਰ ਦੇ ਰਹੀ ਆ, ਭ੍ਰਿਸ਼ਟਾਚਾਰ ਨੂੰ ਨੱਥ ਪਾਈ ਜਾ ਰਹੀ ਹੈ। ਰੋਜ਼ਾਨਾ ਜਿਹੜੇ ਭ੍ਰਿਸ਼ਟਾਚਾਰੀ ਆ ਇੱਕ ਇੱਕ ਕਰਕੇ ਅੰਦਰ ਜਾ ਰਹੇ ਆ। ਇਹ ਸਰਕਾਰ ਨੂੰ ਫੇਲ ਕਰਨ ਦੇ ਮਨਸੂਬੇ ਆ ਕਿ ਕਿੱਦਾਂ ਇਹਨਾਂ ਨੂੰ ਲੋਕ ਹਿੱਤਾਂ ਦੇ ਕੰਮ ਕਰਦੇ ਕਿੱਦਾਂ ਰੋਕ ਲਾਈ ਚੱਲੇ ਜਾਵੇ। ਇਹ ਬੀਜੇਪੀ ਜਿਹੜੀ ਆਪਣੇ ਮਨਸੂਬੇ ਪਾਲ ਰਹੀ ਆ। ਦਿੱਲੀ ਵਿੱਚ ਬਾਰ-ਬਾਰ ਮੁੱਖ ਮੰਤਰੀ ਬਣ ਰਹੇ ਨੇ ਅਰਵਿੰਦ ਕੇਜਰੀਵਾਲ ਸਾਹਿਬ। ਜੇ ਕੰਮ ਦੀ ਇਹੀ ਸਪੀਡ ਰਹੀ ਤੇ ਬਾਰ-ਬਾਰ ਮੁੱਖ ਮੰਤਰੀ ਬਣ ਕੇ ਭਗਵੰਤ ਮਾਨ ਸਾਹਿਬ ਇਸ ਗੱਲ ਤੋਂ ਭੈਭੀਤ ਹੋਏ ਆ। ਮੈਂ ਉਂਗਲਾਂ ਤੇ ਕਰਾ ਸਕਦਾ ਹਾਂ ਅਰਸ਼ਪੀ, ਮੈਂ ਅੱਧਾ ਘੰਟਾ ਇਸ ਇੱਕ ਪਾਸੋਂ ਲੈ ਕੇ ਸਾਰੇ ਕੰਮ ਕਰਾ ਸਕਦਾ ਜਿੰਨੇ ਹੁਣ ਤੱਕ ਕੀਤੇ ਆ। ਇਹ ਦੱਸਣ ਤਾਂ ਸਹੀ ਕਿਹੜੀ ਸਰਕਾਰ ਨੇ ਹੁਣ ਤੱਕ ਇੰਨੇ ਕੰਮ ਕੀਤੇ ਆ। ਬੀਜੇਪੀ ਨੇ ਹੁਣ ਤੱਕ ਪੰਜਾਬ ਨੂੰ ਦਿੱਤਾ ਹੀ ਕੀ ਆ? ਸੁਭਾਸ਼ ਸ਼ਰਮਾ ਜੀ ਬੋਲ ਕੇ ਗਏ ਆ। ਇੱਕ ਦੱਸਣ ਤੁਸੀਂ ਹਰ ਇੱਕ ਕੰਮ 'ਚ ਰੁਕਾਵਟ, ਹਰ ਇੱਕ ਕੰਮ 'ਚ ਰੁਕਾਵਟ। ਅੱਜ ਜਿਹੜੀ ਦਿੱਲੀ ਰੈਲੀ ਹੋ ਰਹੀ ਹੈ, ਜਿਹੜੀ ਆ ਹੁਣੇ ਤੁਸੀਂ ਵੀ ਚਲਾਈ ਹੈਗੀ, ਬਾਕੀ ਚੈਨਲ ਜਿਹਨਾਂ ਨੇ ਸਾਰਿਆਂ ਨੇ ਸੰਬੋਧਿਤ ਲਾਇਆ, ਭਗਵੰਤ ਮਾਨ ਸਾਹਿਬ ਦਾ, ਕੇਜਰੀਵਾਲ ਸਾਹਿਬ ਦਾ ਵੀ। ਸੁਪਰੀਮ ਕੋਰਟ ਨੇ ਫੈਸਲਾ ਦੇ ਦਿੱਤਾ ਕਿ ਦਿੱਲੀ ਜਿਹੜੀ ਆ ਫਿਰ ਜੇ ਚੁਣੀ ਹੋਈ ਸਰਕਾਰ ਰਾਹੀਂ ਤੁਸੀਂ ਕੰਮ ਨਹੀਂ ਕਰਨੇ ਤਾਂ ਫਿਰ ਉਹ ਚੁਣਨ ਦਾ ਕੀ ਫਾਇਦਾ? ਨਿਰਧਾਰਿਤ ਕਰਤਾ ਕਿ ਐਲਜੀ ਲੈਫਟੀਨੈਂਟ ਗਵਰਨਰ ਉਹਦੇ ਕੀ ਅਧਿਕਾਰ ਨੇ, ਮੁੱਖ ਮੰਤਰੀ ਦੇ ਕੀ ਅਧਿਕਾਰ ਨੇ। ਚੱਕ ਕੇ 7ਵਾਂ ਦਿਨ ਪੂਰਾ ਹੋਇਆ, 8ਵੇਂ ਦਿਨ ਆਰਡੀਨੈਂਸ ਜਾਰੀ ਕਰਤਾ। ਬਾਬਾ ਸਾਹਿਬ ਅੰਬੇਦਕਰ ਵੱਲੋਂ ਲਿਖਿਆ ਗਿਆ ਸੰਵਿਧਾਨ, ਡੈਮੋਕ੍ਰੇਸੀ, ਉਹਨੇ ਖਤਮ ਕਰਕੇ ਤੁਲੇ ਹੋਏ ਆ, ਉਹਨੇ ਖਤਮ ਕਰਕੇ ਤੁਲੀ ਹੋਈ ਹੈ ਕੇਂਦਰ ਸਰਕਾਰ। ਤੇ ਭਗਵੰਤ ਮਾਨ ਸਾਹਿਬ ਨੇ ਉੱਥੇ ਇੱਕ ਉਦਾਹਰਨ ਦਿੱਤੀ ਹੈ ਕਿ ਗਵਰਨਰ ਨੂੰ ਕਹਿਣਾ ਪਿਆ ਸੀਗਾ, ਸਾਰਿਆਂ ਦੇ ਸਾਹਮਣੇ ਹੈ ਕਿ ਗਵਰਨਰ ਨੂੰ ਕਹਿਣਾ ਪਿਆ ਕਿ ਮੇਰੀ ਸਰਕਾਰ, ਆਪਣੀ ਸਰਕਾਰ, ਮੇਰੀ ਆਪਣੀ। ਉਹ ਪੜ੍ਹਨਾ ਪਿਆ ਸੰਵਿਧਾਨ ਦੇ ਅਨੁਸਾਰ ਜੋ ਕੁਛ ਹੈਗਾ ਉਹ ਪੜ੍ਹਨਾ ਹੀ ਪੈਣਾ ਹੈ। ਪਰ ਉਹਦਾ ਮਤਲਬ ਇਹ ਥੋੜ੍ਹੀ ਹੈ ਕਿ ਜੋ ਇੰਪਰੂਵਮੈਂਟ ਟਰੱਸਟ ਜਲੰਧਰ ਦੇ ਚੇਅਰਮੈਨ ਦਾ ਅਧਿਕਾਰ ਹੈ ਜਾਂ ਈਓ ਦਾ ਅਧਿਕਾਰ ਹੈ, ਉਹਦੀ ਜਗ੍ਹਾ ਤੇ ਕੋਈ ਕਿਸੇ ਹੋਰ ਜਿਹੜੇ ਦਾ ਐਸਡੀਐਮ ਆ ਕੇ ਉੱਥੇ ਹੁਕਮ ਕਰ ਦੇਵੇ, ਉਹ ਥੋੜੀ ਲਾਗੂ ਹੋਣਗੇ। ਇੱਕ ਸਿਸਟਮ ਬਣਿਆ ਹੋਇਆ ਡੈਮੋਕ੍ਰੇਸੀ ਦੇ ਵਿੱਚ ਤਾਂ ਕਿ ਇਨਸਾਫ ਹੋਵੇ, ਲੋਕਾਂ ਨਾਲ ਸਿਸਟਮ ਠੀਕ ਚੱਲੇ। ਦੋ ਦਿਨ ਸਾਹਿਬ ਜੋ ਮੁੱਖ ਮੰਤਰੀ ਸਾਹਿਬ ਨੇ, ਭਗਵੰਤ ਮਾਨ ਸਾਹਿਬ ਨੇ ਕਿਹਾ, ਉਹ ਸਵੈ ਸਪਸ਼ਟ ਹੈ। ਬਿਲਕੁਲ ਇਹ ਗਵਰਨਰ ਦੇ ਅਹੁਦੇ ਦੀ ਮਰਿਆਦਾ ਨੂੰ ਘਟਾ ਰਹੇ ਨੇ ਬੀਜੇਪੀ ਵਾਲੇ। ਉਹਨਾਂ ਨੂੰ ਇੱਕ ਬੀਜੇਪੀ ਦੇ ਬੁਲਾਰੇ ਦੇ ਤੌਰ ਤੇ, ਇੱਕ ਬੀਜੇਪੀ ਦੇ ਨੁਮਾਇੰਦੇ ਦੇ ਤੌਰ ਤੇ ਵਰਤ ਰਹੇ ਨੇ, ਜਦ ਤੋਂ ਕੇਂਦਰ ਸਰਕਾਰ ਦੇ ਨੁਮਾਇੰਦੇ ਸੰਵਿਧਾਨਕ ਅਹੁਦੇ ਤੇ। ਉਹਨਾਂ ਨੂੰ ਏਦਾਂ ਨਹੀਂ ਕਰਨਾ ਚਾਹੀਦਾ। ਇਹਦੇ ਨਾਲ ਗਵਰਨਰ ਦੇ ਅਹੁਦੇ ਦੀ ਮਰਿਆਦਾ ਖਤਮ ਹੋ ਰਹੀ ਆ। ਉਹਦੀ ਜਿਹੜੀ ਆ ਮਰਿਆਦਾ ਉਹ ਵਿਗੜ ਰਹੀ ਆ, ਅੱਖ ਵਿਗੜ ਰਿਹਾ। ਇਹਨਾਂ ਦਾ ਆਪਣਾ ਵੀ ਵਿਗੜ ਰਿਹਾ। ਪ੍ਰੋਕਸੀ ਰਾਜ ਪੰਜਾਬੀ ਨਹੀਂ ਸਾਰਨਗੇ। ਪੰਜਾਬੀਆਂ ਨੇ 92 ਐਮਐਲਏ ਦੇ ਕੇ ਆਮ ਆਦਮੀ ਪਾਰਟੀ ਦੀ ਚੋਣ ਕੀਤੀ ਹੈ, ਅਰਵਿੰਦ ਕੇਜਰੀਵਾਲ ਦੀ ਚੋਣ ਕੀਤੀ ਹੈ, ਭਗਵੰਤ ਮਾਨ ਸਾਹਿਬ ਦੀ ਚੋਣ ਕੀਤੀ ਹੈ ਬਤੌਰ ਮੁੱਖ ਮੰਤਰੀ। ਅਸੀਂ ਡਿਕਲੇਅਰ ਕੀਤਾ ਪਹਿਲਾਂ ਭਗਵੰਤ ਮਾਨ ਸਾਹਿਬ ਨੇ,
ਭਗਵੰਤ ਮਾਨ ਸਾਹਿਬ ਨੂੰ ਬਤੌਰ ਮੁੱਖ ਮੰਤਰੀ ਵੋਟ ਪਈ ਜੀ, ਹੈ। ਜੀ। ਭਗਵੰਤ ਮਾਨ ਸਾਹਿਬ ਮੁੱਖ ਮੰਤਰੀ ਨੇ ਔਰ ਲੋਕਾਂ ਦੇ ਸਾਰੇ ਹੀ ਕੰਮ ਕਰ ਰਹੇ ਨੇ, ਲੋਕਾਂ ਦੇ ਮੁੱਖ ਬਿਲਕੁਲ। ਮੰਤਰੀ ਜੀ। ਨੇ, ਪੰਜਾਬ ਦੇ 3.5 ਕਰੋੜ ਲੋਕਾਂ ਦੇ ਮੁੱਖ ਮੰਤਰੀ ਨੇ ਭਗਵੰਤ ਮਾਨ ਸਾਹਿਬ। ਇਹਨਾਂ ਦੀ ਪਾਪੂਲੈਰਿਟੀ ਤੇ ਘਬਰਾਏ ਹੋਏ ਆ ਅੱਜ ਵੀ। ਜੀ ਜੀ, ਸ਼ੁਕਰੀਆ ਸੰਘੇੜਾ ਜੀ ਸਾਡੇ ਨਾਲ ਜੁੜਨ ਦੇ ਲਈ। ਜਗਤਾਰ ਸਿੰਘ ਸੰਘੇੜਾ ਜੁੜੇ, ਸੁਭਾਸ਼ ਸ਼ਰਮਾ ਜੁੜੇ ਸੀ, ਉਹਨਾਂ ਦਾ ਵੀ ਸ਼ੁਕਰੀਆ। ਮੁੱਖ ਮੰਤਰੀ ਨੇ ਦਿੱਲੀ ਦੇ ਵਿੱਚ ਕੇਂਦਰ ਤੇ ਨਿਸ਼ਾਨੇ ਸਾਧਦੇ ਹੋਏ ਗਵਰਨਰ ਤੇ ਨਿਸ਼ਾਨਾ ਸਾਧਿਆ ਹੈ। ਕਿਹਾ ਕਿ ਗਵਰਨਰ ਮੇਰੀ ਸਰਕਾਰ ਕਹਿਣ ਦੇ ਲਈ ਤਿਆਰ ਨਹੀਂ ਸੀ। ਸੁਪਰੀਮ ਕੋਰਟ ਜਾਣ ਦੀ ਗੱਲ ਕਹੀ ਤਾਂ ਗਵਰਨਰ ਰਾਜ਼ੀ ਹੋਏ ਤੇ ਉਹਨਾਂ ਨੂੰ ਮੇਰੀ ਸਰਕਾਰ ਕਹਿਣਾ ਪਿਆ। ਤੇ ਇਸ ਨੂੰ ਲੈ ਕੇ ਬੀਜੇਪੀ ਕਹਿ ਰਹੀ ਹੈ ਕਿ ਇੱਕ ਪਾਸੇ ਕਹਿੰਦੇ ਨੇ ਮੇਰੀ ਸਰਕਾਰ ਕਹੋ ਤੇ ਦੂਸਰੇ ਪਾਸੇ ਗਵਰਨਰ ਜੇ ਕੋਈ ਜਾਣਕਾਰੀ ਮੰਗਦੇ ਨੇ ਸਰਕਾਰ ਤੋਂ ਉਹ ਨਹੀਂ ਦਿੱਤੀ ਜਾਂਦੀ। ਗਵਰਨਰ ਕਿਤੇ ਦਾ ਦੌਰਾ ਕਰਦੇ ਨੇ, ਲੋਕਾਂ ਨੂੰ ਮਿਲਦੇ ਨੇ, ਉਸ ਦਾ ਵਿਰੋਧ ਕੀਤਾ ਜਾਂਦਾ ਹੈ। ये फुल स्टेट है पंजाब। हमारा राज्यपाल हमें बजट सेशन बुलाने की इजाजत नहीं दे रहा था, हमें सुप्रीम कोर्ट आना पड़ा जी, बजट सेशन बुलाने दो। सुप्रीम कोर्ट ने कहा बजट सेशन होगा, इजाजत दो। बजट सेशन के पहले 4-5 दिन पहले मंत्रिमंडल की मीटिंग होती है, जो सरकार की प्राप्तियां होती हैं, उपलब्धियां होती हैं, वो लिखकर गवर्नर को दी जाती हैं कि मेरी सरकार ने ये किया, मेरी सरकार ने ये किया। तो उसने कहा हाउस में आके, कहता मैं इसमें मेरी सरकार नहीं कहूंगा। मैंने कहा फिर किसकी सरकार है? कहता माई गवर्नमेंट नहीं कहूंगा। मैंने कहा जी मुझे सुप्रीम कोर्ट जाना पड़ेगा फिर दोबारा। यू हैव टू से दैट, ये मंत्रिमंडल द्वारा पास किया हुआ भाषण है, यू हैव टू रीड इट वर्ड बाय वर्ड। बोला भाई साहब, फिर बोलना पड़ा।